ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਸ ਸਮੁੱਚੀ ਬਾਣੀ ਦਾ ਖਜ਼ਾਨਾ ਜਿਹੜਾ ਸੀਗਾ ਉਹਨੂੰ ਇੱਕ ਗ੍ਰੰਥ ਦੇ ਰੂਪ ਦੇ ਵਿੱਚ ਤਰਤੀਬ ਬਾਏ ਲਿਖ ਕਰਕੇ ਸਾਂਭਣ ਦਾ ਜਿਹੜਾ ਸੀ ਉਹ ਮਨ ਬਣਾਇਆ। ਇਸ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਦਾ ਜਿਹੜਾ ਹੈ ਉਹ ਜ਼ਿਕਰ ਵੀ ਆਉਂਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਆਪ ਵੀ ਇਸ ਗੱਲ ਨੂੰ ਲੈ ਕਰਕੇ ਚਿੰਤਤ ਸਨ ਕਿ ਜਿੱਥੇ ਅਹਿਲੇ ਕਲਾਮ ਚਾਹੀਦਾ ਹੈ, ਕਿਉਂਕਿ ਅਹਿਲੇ ਨਿਜ਼ਾਮ ਤੇ ਅਹਿਲੇ ਮੁਕਾਮ ਉਹ ਸਿੱਖ ਕੌਮ ਨੂੰ ਮਿਲ ਚੁੱਕਿਆ ਸੀਗਾ। ਨਿਜ਼ਾਮ ਦਾ ਮਤਲਬ ਪ੍ਰਬੰਧ ਤੇ ਜਿਹੜਾ ਅਹਿਲੇ ਮੁਕਾਮ ਦਾ ਮਤਲਬ ਕੇਂਦਰੀ ਅਸਥਾਨ, ਜੋ ਅੰਮ੍ਰਿਤਸਰ ਸ਼ਹਿਰ ਵੀ ਬਣ ਚੁੱਕਿਆ ਸੀ ਤੇ ਸ੍ਰੀ ਦਰਬਾਰ ਸਾਹਿਬ ਵੀ ਬਣ ਚੁੱਕਿਆ ਸੀਗਾ, ਕਿਉਂਕਿ 1587 ਦੇ ਵਿੱਚ ਜੋ ਸੀ ਦਰਬਾਰ ਸਾਹਿਬ ਦੀ ਨੀਂਹ ਰੱਖੀ ਗਈ ਔਰ ਇਹ ਮੁਕੰਮਲ ਹੋਇਆ 1601 ਦੇ ਵਿੱਚ। ਇਸ ਸਮੇਂ ਦੇ ਦੌਰਾਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹੋਰ ਵੀ ਅਨੇਕਾਂ ਕਾਰਜ ਕੀਤੇ ਨੇ, ਜਿਵੇਂ ਕਿ ਤਰਨ ਤਾਰਨ ਨੂੰ ਵਸਾਉਣਾ ਜਾਂ ਫਿਰ ਕੋੜੀਖਾਨਾ ਆਰੰਭ ਕਰਨਾ, ਲਾਹੌਰ ਦੇ ਵਿੱਚ ਕਾਲ ਪੀੜਤਾਂ ਦੀ ਮਦਦ ਕਰਨੀ, ਜਾਂ ਫਿਰ ਹੋਰ ਕਈ ਨਗਰ ਜਿਹੜੇ ਸਤਿਗੁਰੂ ਮਹਾਰਾਜ ਜੀ ਨੇ ਵਸਾਏ, ਉਹ ਨਗਰਾਂ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ। ਤੇ ਸਤਿਗੁਰੂ ਮਹਾਰਾਜ ਨੇ ਇਹ ਵੀ ਕਾਰਜ ਨਾਲੋਂ ਨਾਲ ਜਿਹੜਾ ਸੀ ਉਹ ਆਰੰਭ ਰੱਖਿਆ। ਤੇ ਸਤਿਗੁਰੂ ਮਹਾਰਾਜ ਜੀ ਨੇ ਹੁਣ ਵੇਖਿਆ ਵੀ ਅਹਿਲੇ ਨਿਜ਼ਾਮ ਅਹਿਲੇ ਮੁਕਾਮ ਤੇ ਬਣ ਗਿਆ, ਹੁਣ ਅਹਿਲੇ ਕਲਾਮ, ਕਲਾਮ ਦਾ ਮਤਲਬ ਇੱਕ ਗ੍ਰੰਥ ਹਰੇਕ ਕੌਮ ਨੂੰ ਚਾਹੀਦਾ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਏਕ ਦਿਵਸ ਪ੍ਰਭ ਭਰਾਤੇ ਕਾਲ, ਦਇਆ ਭਰੇ ਦੀਨ ਦਿਆਲ, ਜਹ ਮਨ ਉਪਜੀ ਪ੍ਰਗਟਿਓ ਜਗ ਪੰਥ, ਤਹਿ ਕਾਰਨ ਕੀਜੇ ਅਬ ਗ੍ਰੰਥ। ਇਹ ਸਤਿਗੁਰੂ ਮਹਾਰਾਜ ਜੀ ਨੇ ਮਨ ਵਿੱਚ ਵਿਚਾਰ ਬਣਾਈ ਤੇ ਨਾਲ ਜਿਹੜਾ ਸੀਗਾ ਉਸ ਵਕਤ ਮਿਹਰਬਾਨ ਪ੍ਰਿਥੀ ਚੰਦ ਦਾ ਪੁੱਤਰ ਜਿਹੜਾ ਸੀ ਉਹ ਵੀ ਰਲਾ ਪਾ ਰਿਹਾ ਸੀਗਾ। ਇਹ ਸਾਰੇ ਕਾਰਨਾਂ ਦੇ ਕਾਰਨ ਫਿਰ ਸਤਿਗੁਰੂ ਮਹਾਰਾਜ ਨੇ ਇੱਕ ਮੀਟਿੰਗ ਸੱਦੀ। ਉਸ ਮੀਟਿੰਗ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਸਾਰੀਆਂ ਦੀਆਂ ਡਿਊਟੀਆਂ ਲਗਾਈਆਂ। ਉਹਨਾਂ ਡਿਊਟੀਆਂ ਦੇ ਤਹਿਤ ਭਾਈ ਗੁਰਦਾਸ ਜੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਣ ਵਾਸਤੇ ਲਿਖਾਰੀ ਦੇ ਤੌਰ ਤੇ ਜ਼ਿੰਮੇਵਾਰੀ ਲਗਾਈ ਗਈ। ਭਾਈ ਬੰਨੂ ਜੋ ਕਿ ਕਲਮਾਂ ਅਤੇ ਨਾਲ ਸਿਆਹੀ ਤਿਆਰ ਕਰਦੇ ਸਨ, ਕਲਮਾਂ ਘੜਦੇ ਸਨ ਤੇ ਸਿਆਹੀ ਤਿਆਰ ਕਰਦੇ ਸਨ, ਉਹਨਾਂ ਦੀ ਇਹ ਡਿਊਟੀ ਲੱਗੀ ਔਰ ਬਹੁਤ ਸਿਆਣਪ ਦੀ ਗੱਲ ਸੀ। ਕਲਮਾਂ ਨੂੰ ਘੜਨਾ ਤੇ ਸਿਆਹੀ ਨੂੰ ਬਣਾਉਣਾ 20 ਦਿਨਾਂ ਦੇ ਵਿੱਚ ਲਗਭਗ ਇਹ ਸਿਆਹੀ ਤਿਆਰ ਹੁੰਦੀ ਸੀਗੀ। ਇਹ ਤਿਆਰ ਕਰਨ ਦੀ ਵਿਧੀ ਵੀ ਬੜੀ ਅਨੋਖੀ ਸੀ। ਤੇ ਫਿਰ ਇਸ ਸਿਆਹੀ ਨੂੰ ਤਿਆਰ ਕਰਕੇ ਨਾਲ ਕਲਮਾਂ ਜਿਹੜੀਆਂ ਘੜਨੀਆਂ, ਕਿਉਂਕਿ ਇੱਕ ਕਲਮ ਦੇ ਨਾਲ ਲਗਭਗ 1 ਜਾਂ 1.5 ਅੰਗ ਜਿਹੜਾ ਸੀ ਉਹ ਲਿਖਿਆ ਜਾਂਦਾ ਸੀਗਾ। ਮੁੜ ਕੇ ਕਲਮ ਘਸ ਜਾਂਦੀ ਸੀ ਤੇ ਉਹ ਮੋਟੀ ਹੋ ਜਾਂਦੀ ਸੀ ਤੇ ਕਲਮ ਨਵੀਂ ਜਿਹੜੀ ਸੀ ਉਹ ਵਰਤੀ ਜਾਂਦੀ ਸੀ। ਕਲਮ ਨਾ ਘੜਨ ਵੇਲੇ ਮੋਟੀ ਹੋਵੇ ਤੇ ਨਾ ਪਤਲੀ ਹੋਵੇ, ਇੱਕੋ ਜਿਹੀਆਂ ਹੋਵਣ ਤੇ ਇੱਕੋ ਹੀ ਮਨੁੱਖ ਜਿਹੜਾ ਸੀ ਉਹ ਘੜਦਾ ਸੀਗਾ। ਇਸ ਕਰਕੇ ਫਿਰ ਸਤਿਗੁਰੂ ਮਹਾਰਾਜ ਨੇ ਜਿਹੜੀ ਕਲਮਾਂ ਦੀ ਜਿਹੜੀ ਡਿਊਟੀ ਹੈ ਉਹ ਭਾਈ ਮੰਨੂ ਦੀ ਘੜਨ ਦੀ ਤੇ ਸਿਆਹੀ ਤਿਆਰ ਕਰਨ ਦੀ ਲਗਾਈ ਗਈ। ਤੇ ਬਾਬਾ ਬੁੱਢਾ ਜੀ ਦੀ ਉਹਨਾਂ ਦੀ ਵੀ ਡਿਊਟੀ ਲੱਗੀ ਹੈ। ਉਹਨਾਂ ਦੀ ਡਿਊਟੀ ਇਹ ਲੱਗੀ ਆ ਵੀ ਜਿਹੜੀਆਂ ਵੀ ਸੰਗਤਾਂ ਆਉਣੀਆਂ ਨੇ ਉਹਨਾਂ ਸੰਗਤਾਂ ਦੀ ਤੁਸੀਂ ਜਿਹੜੀ ਹੈ ਉਹ ਆਓ ਭਗਤ ਦਾ ਮਤਲਬ ਉਹਨਾਂ ਨੂੰ ਜੋ ਉਪਦੇਸ਼ ਦੇਣਾ ਗੁਰਬਾਣੀ ਦਾ ਉਹ ਤੁਸੀਂ ਦੇਣਾ ਹੈ। ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ, ਉਹਨਾਂ ਦੇ ਲੰਗਰ ਦਾ ਪ੍ਰਬੰਧ ਤੁਸੀਂ ਕਰਨਾ ਹੈ, ਕਿਉਂਕਿ ਜਦੋਂ ਪਾਵਨ ਬਾਣੀ ਲਿਖੀ ਜਾਣੀ ਸੀ ਤੇ ਉਹਦੇ ਵਿੱਚ ਕੋਈ ਡਿਸਟਰਬੈਂਸ ਜਿਹੜੀ ਸੀ ਉਹ ਨਾ ਹੋਵੇ। ਕੋਈ ਆਉਣ ਜਾਣ ਦਾ, ਕੋਈ ਮਿਲਣ ਮਿਲਾਪ ਦਾ, ਉਹ ਕੋਈ ਵੀ ਕੰਮ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਨਹੀਂ ਰੱਖਿਆ। ਇਹ ਬਹੁਤ ਹੀ ਜ਼ਿੰਮੇਵਾਰੀ ਦਾ ਕੰਮ ਸੀ। ਹੁਣ ਸਤਿਗੁਰੂ ਮਹਾਰਾਜ ਨੇ ਉਹ ਫਿਰ ਕਾਰਜ ਆਰੰਭ ਕੀਤਾ ਹੈ 1601 ਤੇ ਰਾਮਸਰ ਸਰੋਵਰ ਦਾ ਕੰਢਾ ਸਤਿਗੁਰੂ ਮਹਾਰਾਜ ਨੇ ਇਸ ਦੇ ਵਾਸਤੇ ਚੁਣਿਆ ਹੈ। ਇੱਥੇ ਇੱਕ ਦਰਖਤਾਂ ਦਾ ਬਹੁਤ ਵੱਡਾ ਝੁੰਡ ਸੀ, ਸੰਘਣੇ ਦਰਖਤ ਸਨ। ਇੱਥੇ ਇੱਕ ਸੁੰਦਰ ਸ਼ਮਿਆਨਾ ਸਤਿਗੁਰੂ ਜੀ ਨੇ ਲਗਾਇਆ ਹੈ। ਦਰਖਤਾਂ ਦਾ ਝੁੰਡ ਇਸ ਕਰਕੇ ਚੁਣਿਆ ਗਿਆ ਵੀ ਆਮ ਤੁਸੀਂ ਵੇਖਦੇ ਹੋ ਜਿੱਥੇ ਦਰਖਤ ਬਹੁਤ ਜ਼ਿਆਦਾ ਹੋਵਣ, ਜੇ ਤੇ ਮੌਸਮ ਗਰਮੀ ਦਾ ਹੋਵੇ ਤੇ ਉਹ ਦਰਖਤ ਜਿਹੜੇ ਨੇ ਉਹ ਠੰਡਕ ਦਿੰਦੇ ਨੇ, ਟੈਂਪਰੇਚਰ ਨੂੰ ਮੇਨਟੇਨ ਰੱਖਦੇ ਨੇ। ਤੇ ਜੇਕਰ ਬਹੁਤੀ ਸਰਦੀ ਹੋਵੇ ਤੇ ਤਾਂ ਵੀ ਉਹ ਸਰਦੀਆਂ ਦੇ ਵਿੱਚ ਬਹੁਤੀ ਸਰਦੀ ਨਹੀਂ ਲੱਗਣ ਦਿੰਦੇ, ਉੱਥੇ ਨਿੱਘ ਹੁੰਦਾ ਹੈ। ਆਮ ਤੁਸੀਂ ਇਹ ਵਰਤਾਰਾ ਵੇਖਿਆ ਹੋਵੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਉੱਥੇ ਉਹ ਸਥਾਨ ਜਿਹੜਾ ਸੀ ਉਹ ਚੁਣਿਆ ਤੇ ਸਤਿਗੁਰੂ ਮਹਾਰਾਜ ਨੇ ਇਹ ਕਾਰਜ ਆਰੰਭ ਕਰ ਦਿੱਤਾ ਹੈ। ਪਹਿਲਾਂ ਸਭ ਤੋਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਿਤਨੇਮ ਦੀਆਂ ਪਾਵਨ ਬਾਣੀਆਂ ਜਿਹੜੀਆਂ ਸਨ ਉਹ ਲਿਖੀਆਂ ਗਈਆਂ। ਅੱਜ ਦੀ ਮੌਜੂਦਾ ਗੱਲ ਜੋ ਮੈਂ ਕਰਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਜੋ ਹੁਣ ਸਰੂਪ ਹੈ, ਜੋ ਉਹਦੇ 1430 ਅੰਗ ਨੇ, ਉਹਦੇ 1 ਤੋਂ ਲੈ ਕੇ 13 ਅੰਗ ਤੱਕ
ਨਿਤਨੇਮ ਦੀਆਂ ਪਾਵਨ ਬਾਣੀਆਂ ਨੇ। 8 ਪੰਨਿਆਂ ਤੱਕ, 8 ਅੰਗਾਂ ਤੱਕ ਜਪਜੀ ਸਾਹਿਬ ਅੰਕਿਤ ਹੈ। 8 ਤੋਂ ਲੈ ਕੇ 12 ਅੰਗਾਂ ਤੱਕ ਰਹਿਰਾਸ ਸਾਹਿਬ ਪਾਵਨ ਬਾਣੀ, ਜਿਹਦੇ ਵਿੱਚ 9 ਸ਼ਬਦ ਨੇ। ਅਤੇ ਫਿਰ ਉਸ ਤੋਂ ਅੱਗੇ 13 ਤੱਕ ਜੋ ਹੈ ਉਹ ਸੋਹਿਲਾ ਸਾਹਿਬ ਦੀ ਪਾਵਨ ਬਾਣੀ ਹੈ। ਅਤੇ 14 ਅੰਗ ਤੋਂ ਪਹਿਲਾ ਰਾਗ ਜਿਹੜਾ ਹੈ ਉਹ ਆਰੰਭ ਹੁੰਦਾ ਹੈ ਸ਼੍ਰੀ ਰਾਗ। ਸ਼੍ਰੀ ਰਾਗ ਜਿਹੜਾ ਹੈ ਉਹ ਆਰੰਭ ਹੁੰਦਾ ਹੈ। ਔਰ ਸਤਿਗੁਰ ਮਹਾਰਾਜ ਨੇ ਇੱਕ ਬਹੁਤ ਵੱਡੀ ਖਾਸੀਅਤ ਸਾਹਿਬ ਨੇ ਜਿਹੜੀ ਸੀ ਉਹ ਬਖਸ਼ਿਸ਼ ਕੀਤੀ। ਔਰ ਉਹ ਇਹ ਬਖਸ਼ਿਸ਼ ਕੀਤੀ ਕਿ ਸਤਿਗੁਰ ਮਹਾਰਾਜ ਨੇ ਜਦੋਂ ਸ਼੍ਰੀ ਰਾਗ ਆਰੰਭ ਕੀਤਾ, ਔਰ ਇਹ ਵੀ ਮੈਂ ਬੇਨਤੀ ਕਰਦਾ ਜਾਵਾਂ, ਹਰੇਕ ਰਾਗ ਦੇ ਵਿੱਚ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਹੜੀ ਤਰਤੀਬ ਰੱਖੀ ਹੈ ਉਹ ਇਹ ਰੱਖੀ ਆ ਵੀ ਪਹਿਲਾਂ ਸਭ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸ਼ਬਦ, ਉਸ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ ਦੇ, ਕਿਉਂਕਿ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਕੇਵਲ 63 ਸ਼ਲੋਕ ਨੇ। ਇਸ ਕਰਕੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ, ਫਿਰ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ, ਫਿਰ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਸੀ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਬਾਣੀ, ਇਵੇਂ ਜਿਹੜੀ ਬਾਣੀ ਅੰਕਿਤ ਕੀਤੀ ਗਈ। ਅਤੇ ਇਸੇ ਤਰ੍ਹਾਂ ਜਿਹੜਾ ਸੀ ਪਹਿਲਾਂ ਸ਼ਬਦ 4 ਪਦਿਆਂ ਦੇ, 2 ਪਦਿਆਂ ਦੇ, ਉਸ ਤੋਂ ਬਾਅਦ ਜਿਹੜੇ ਸੀ ਉਹ ਅਸ਼ਟਪਦੀਆਂ, ਅਸ਼ਟਪਦੀਆਂ ਤੋਂ ਬਾਅਦ ਫਿਰ ਛੰਤ, ਛੰਤਾਂ ਤੋਂ ਬਾਅਦ ਫਿਰ ਵਾਰਾਂ, ਵਾਰਾਂ ਜਿਹੜੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਨੇ। ਜਿਹੜੀਆਂ 21 ਵਾਰਾਂ ਨੇ ਉਹ ਗੁਰੂ ਸਾਹਿਬਾਨ ਦੀਆਂ ਰਚੀਆਂ ਹੋਈਆਂ ਨੇ, ਅਤੇ ਇੱਕ ਵਾਰ ਬਾਬਾ ਸੱਤਾ ਅਤੇ ਬਾਬਾ ਬਲਵੰਡ ਜੀ ਦੀ ਹੈ। ਇਹ ਤਰਤੀਬ ਰੱਖੀ ਗਈ। ਉਸ ਤੋਂ ਬਾਅਦ ਜਿਹੜੀ ਸੀ ਉਹ ਫਿਰ ਭਗਤਾਂ ਦੀ ਬਾਣੀ ਆਉਂਦੀ ਹੈ। ਭਗਤਾਂ ਦੀ ਬਾਣੀ ਦੇ ਵਿੱਚੋਂ ਪਹਿਲਾਂ ਭਗਤ ਕਬੀਰ ਜੀ ਦੀ, ਕਿਉਂਕਿ ਇਹ ਤਰਤੀਬ ਬਾਈ ਇਸ ਕਰਕੇ ਰੱਖੀ ਕਿ ਸਭ ਤੋਂ ਵੱਧ ਭਗਤ ਕਬੀਰ ਜੀ ਦੀ ਬਾਣੀ ਹੈ। ਫਿਰ ਉਸ ਤੋਂ ਬਾਅਦ ਜੋ ਹੈ ਉਹ ਭਗਤ ਨਾਮਦੇਵ ਜੀ ਦੀ, ਫਿਰ ਅੱਗੇ ਇਸੇ ਤਰ੍ਹਾਂ ਜਿਹੜੀ ਹੈ ਉਹ ਤਰਤੀਬ ਚੱਲਦੀ ਜਾ ਰਹੀ ਹੈ। ਔਰ ਸਤਿਗੁਰੂ ਮਹਾਰਾਜ ਨੇ ਬਕਾਇਦਾ ਬਾਣੀ ਦੇ ਆਰੰਭ ਦੇ ਵਿੱਚ ਹੈਡਿੰਗ ਲਿਖੇ ਨੇ। ਜੇ 4 ਪਦਿਆਂ ਦੇ ਸ਼ਬਦ ਨੇ ਅਤੇ 4 ਪਦਾ ਨਾਲ ਲਿਖਿਆ ਹੈ, 2 ਪਦਿਆਂ ਦੇ ਸ਼ਬਦ ਨੇ ਅਤੇ 2 ਪਦਾ ਲਿਖਿਆ ਹੋਇਆ ਹੈ, 3 ਪਦਿਆਂ ਦਾ ਹੈ ਤਾਂ 3 ਪਦਾ ਲਿਖਿਆ ਹੋਇਆ ਹੈ, ਅਸ਼ਟਪਦੀਆਂ ਨੇ 8 ਪਦੇ ਨੇ ਅਤੇ ਉਹਨਾਂ ਦੇ ਉੱਪਰ ਬਕਾਇਦਾ ਅਸ਼ਟਪਦੀ ਜਾਂ ਅਸ਼ਟਪਦੀਆਂ ਜਿਹੜੀਆਂ ਨੇ ਉਹ ਲਿਖੀਆਂ ਹੋਈਆਂ ਨੇ। ਸਤਿਗੁਰੂ ਮਹਾਰਾਜ ਨੇ ਬਕਾਇਦਾ ਜਿਹੜਾ ਹੈ ਉਹ ਸਾਰੇ ਇਹ ਸੰਕੇਤ ਦੇ ਦਿੱਤੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰਲਾ ਜਿਹੜਾ ਹੈ ਉਹ ਨਾ ਪਾ ਸਕੇ। ਔਰ ਇੱਕ ਹੋਰ ਮਹੱਤਵਪੂਰਨ ਗੱਲ ਆਪ ਜੀ ਬਹੁਤ ਧਿਆਨ ਦੇ ਨਾਲ ਸੁਣਿਓ, ਉਹ ਇਹ ਵੀ ਸਤਿਗੁਰੂ ਮਹਾਰਾਜ ਨੇ ਜਦੋਂ ਰਾਗ ਆਰੰਭ ਕੀਤੇ, ਮਾਨੋ ਮੈਂ ਸ਼੍ਰੀ ਰਾਗ ਦੀ ਆਪ ਜੀ ਦੇ ਨਾਲ ਗੱਲ ਕਰਾਂ ਅਤੇ ਬਾਕੀ ਰਾਗਾਂ ਦੇ ਵਿੱਚ ਵੀ ਉਸੇ ਹੀ ਤਰਤੀਬ ਨੂੰ ਮਹੱਤਵ ਦਿੱਤੀ ਹੈ। ਮੈਂ ਕੇਵਲ ਉਦਾਹਰਨ ਦੇ ਤੌਰ 'ਤੇ ਇੱਕ ਸ਼੍ਰੀ ਰਾਗ ਦੀ ਆਪ ਜੀ ਦੇ ਨਾਲ ਗੱਲ ਕਰ ਲਵਾਂ। ਜਦੋਂ ਸ਼੍ਰੀ ਰਾਗ 14 ਪਾਵਨ ਅੰਗ ਤੋਂ ਆਰੰਭ ਹੁੰਦਾ ਹੈ ਅਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸ਼ਬਦ ਆਰੰਭ ਹੁੰਦੇ ਨੇ। ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ। ਇਹ ਪਹਿਲਾ ਸ਼ਬਦ ਹੈ। ਜਦੋਂ ਇਹ ਸ਼ਬਦ ਸਮਾਪਤ ਹੋਵੇਗਾ ਤਾਂ ਇਸ ਸ਼ਬਦ ਦੇ ਨਾਲ ਅਖੀਰ ਦੇ ਵਿੱਚ ਅੰਕ ਆਉਣਗੇ 4 ਅਤੇ 1। ਉਹ 4 ਜਿਹੜਾ ਅੰਕ ਲਿਖਿਆ ਹੋਇਆ ਗਿਣਤੀ ਦਾ 4, ਉਹਦਾ ਮਤਲਬ ਹੈ ਕਿ ਇਸ ਸ਼ਬਦ ਦੇ 4 ਪਦੇ ਨੇ। ਨਾਲ ਜਿਹੜਾ 1 ਅੰਕ ਲਿਖਿਆ ਹੈ ਉਹਦਾ ਅਰਥ ਹੈ ਵੀ ਇਹ ਪਹਿਲਾ ਸ਼ਬਦ ਹੈ, 1 ਪਹਿਲਾ ਸ਼ਬਦ ਹੈ। ਜਦੋਂ ਫਿਰ ਅਗਲਾ ਸ਼ਬਦ ਸ਼ੁਰੂ ਹੁੰਦਾ ਹੈ, ਜਦੋਂ ਉਹਦੀ ਸਮਾਪਤੀ ਹੁੰਦੀ ਹੈ, ਫਿਰ 4 ਅਤੇ ਨਾਲ 2 ਲਿਖਿਆ ਹੋਇਆ ਹੈ। 4 ਦਾ ਮਤਲਬ 4 ਪਦੇ ਨੇ ਇਸ ਸ਼ਬਦ ਦੇ, ਅਤੇ ਸ਼੍ਰੀ ਰਾਗ ਦਾ ਇਹ ਦੂਸਰਾ ਸ਼ਬਦ ਹੈ। ਇਸੇ ਤਰ੍ਹਾਂ 4 3 4 4 4 5 ਇਸੇ ਤਰ੍ਹਾਂ ਅੱਗੇ ਚਲਦਿਆਂ ਚਲਦਿਆਂ ਅਖੀਰ ਦੇ ਵਿੱਚ ਗਿਣਤੀ ਹੈਗੀ 4 ਅਤੇ ਨਾਲ ਡੰਡੀਆਂ ਪਾ ਕੇ 33। ਉਹ 33ਵਾਂ ਸ਼ਬਦ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ। ਅਤੇ ਉਸ ਤੋਂ ਬਾਅਦ ਛੜਾ ਫਿਰ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਬਦ ਸ਼ੁਰੂ ਹੁੰਦੇ ਨੇ, ਅਤੇ ਸ਼ੁਰੂ ਦੇ ਵਿੱਚ ਆਏਗਾ 4 1 ਅਤੇ 34। ਹੁਣ ਇਹਦਾ ਅਰਥ ਕੀ ਹੈ? 4 ਦਾ ਮਤਲਬ 4 ਪਦੇ ਨੇ ਅਤੇ ਗੁਰੂ ਅਮਰਦਾਸ ਮਹਾਰਾਜ ਦਾ ਪਹਿਲਾ ਸ਼ਬਦ ਹੈ। ਅੱਗੇ ਜਿਹੜਾ 34 ਦਾ ਅਰਥ ਹੈ ਵੀ 33 ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਅਤੇ ਇੱਕ ਹੋਰ ਜੋੜ ਦੋ 34 ਬਣ ਗਿਆ। ਇਹ 34ਵਾਂ ਸ਼ਬਦ ਹੈ ਸ਼੍ਰੀ ਰਾਗ ਦਾ। ਇਹ ਇਸੇ ਤਰ੍ਹਾਂ ਅੱਗੇ ਚਲਦਿਆਂ ਚਲਦਿਆਂ ਅਤੇ ਆਖਰ ਦੇ ਵਿੱਚ ਫਿਰ ਅੰਕ ਆਏਗਾ 4 31 ਅਤੇ 64। 4 ਦਾ ਮਤਲਬ ਗੁਰੂ ਇਹ ਸ਼ਬਦ ਦੇ 4 ਪਦੇ ਨੇ, 31 ਦਾ ਮਤਲਬ ਵੀ ਗੁਰੂ ਅਮਰਦਾਸ ਮਹਾਰਾਜ ਦੇ 31 ਸ਼ਬਦ ਹੋ ਗਏ ਨੇ, 64 ਦਾ ਮਤਲਬ ਵੀ ਟੋਟਲ 64 ਸ਼ਬਦ ਹੋ ਗਏ ਨੇ। 33 ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅਤੇ 31 ਜਿਹੜੇ ਨੇ ਉਹ ਗੁਰੂ ਅਮਰਦਾਸ ਮਹਾਰਾਜ ਜੀ ਨੇ। 64 ਉਹ ਕੁੱਲ ਗਿਣਤੀ ਹੋ ਗਈ।
ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦ ਸ਼ੁਰੂ ਹੁੰਦੇ ਨੇ ਤੇ ਸ਼ੁਰੂ ਵਿੱਚ ਜਿਹੜਾ ਅੰਕ ਮਿਲਦਾ ਹੈ ਉਹ 4, 1 ਤੇ 65। 4 ਦਾ ਮਤਲਬ ਇਸ ਸ਼ਬਦ ਦੇ 4 ਅੰਕ ਨੇ, ਪਦੇ ਨੇ। 1 ਦਾ ਮਤਲਬ ਗੁਰੂ ਰਾਮਦਾਸ ਮਹਾਰਾਜ ਦਾ ਪਹਿਲਾ ਸ਼ਬਦ ਹੈ ਤੇ 65 ਦਾ ਅਰਥ ਹੈ ਕਿਉਂਕਿ 64 ਪਿਛਲੇ ਸੀਗੇ ਤੇ ਇੱਕ ਸ਼ਬਦ ਹੋਰ ਜੁੜ ਗਿਆ ਤੇ 65। ਇਹ 65 ਸ਼ਬਦ ਟੋਟਲ ਸ਼੍ਰੀ ਰਾਗ ਦੇ ਹੋ ਗਏ। ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦ ਮੁੱਕਦੇ ਨੇ ਫਿਰ ਅੰਕ ਮਿਲਦੇ ਨੇ 4, 33, 31, 6 ਤੇ 70। 4 ਦਾ ਮਤਲਬ 4 ਪਦੇ ਨੇ ਸ਼ਬਦ ਦੇ, 33 ਦਾ ਮਤਲਬ ਗੁਰੂ ਨਾਨਕ ਸਾਹਿਬ ਮਹਾਰਾਜ ਦੇ 33 ਸ਼ਬਦ, 31 ਦਾ ਮਤਲਬ ਗੁਰੂ ਅਮਰਦਾਸ ਮਹਾਰਾਜ ਦੇ 31 ਸ਼ਬਦ, 6 ਦਾ ਮਤਲਬ ਹੋ ਗਿਆ ਵੀ ਗੁਰੂ ਰਾਮਦਾਸ ਮਹਾਰਾਜ ਦੇ 6 ਸ਼ਬਦ ਨੇ ਤੇ ਇਹਨਾਂ ਸਾਰਿਆਂ ਦਾ ਟੋਟਲ ਜਿਹੜਾ ਹੋ ਗਿਆ ਉਹ 70 ਹੋ ਗਿਆ। ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਬਦ ਸ਼ੁਰੂ ਹੁੰਦੇ ਨੇ। ਫਿਰ ਸਾਨੂੰ ਉਹ ਗਿਣਤੀ ਮਿਲਦੀ ਆ 4, 1 ਤੇ 71। 4 ਦਾ ਮਤਲਬ ਇਸ ਸ਼ਬਦ ਦੇ 4 ਪਦੇ ਨੇ। 1 ਦਾ ਮਤਲਬ ਗੁਰੂ ਅਰਜਨ ਸਾਹਿਬ ਦਾ ਪਹਿਲਾ ਸ਼ਬਦ ਹੈ। 71 ਦਾ ਮਤਲਬ ਕਿ 70 ਪਿਛਲੇ ਸ਼ਬਦ ਤੇ ਇੱਕ ਹੋਰ ਜੋੜ ਦੋ ਤੇ 71 ਸ਼ਬਦ। ਇਹ ਜਦੋਂ ਸਮਾਪਤੀ ਹੋਵੇਗੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਤੇ ਫਿਰ ਮਿਲੇਗਾ ਉੱਥੇ ਅੰਕੜਾ 4, 30 ਤੇ 100। 4 ਦਾ ਮਤਲਬ ਇਸ ਸ਼ਬਦ ਦੇ 4 ਪਦੇ ਨੇ। 30 ਦਾ ਮਤਲਬ ਗੁਰੂ ਅਰਜਨ ਸਾਹਿਬ ਮਹਾਰਾਜ ਦੇ 30 ਸ਼ਬਦ ਨੇ ਤੇ 100 ਦਾ ਮਤਲਬ ਕਿ ਟੋਟਲ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ 100 ਸ਼ਬਦ ਪੂਰੇ ਹੋ ਗਏ ਨੇ। ਉਹ 100 ਜਿਹੜਾ ਲਿਖਿਆ ਹੈ ਉਹ ਟੋਟਲ ਗ੍ਰੈਂਡ ਜਿਹੜਾ ਹੈ ਉਹ ਲਿਖਿਆ ਹੋਇਆ ਹੈ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਜਿਹੜਾ ਹੈ ਉਹ ਸਾਰੇ ਸ਼ਬਦਾਂ ਦੇ ਨਾਲ ਇਹ ਗਿਣਤੀ ਲਿਖੀ ਹੋਈ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਮਨੁੱਖ ਇਹਦੇ ਵਿੱਚ ਵਾਧੂ ਸ਼ਬਦ ਜਾਂ ਵਾਧੂ ਕੋਈ ਪਦਾ ਜਿਹੜਾ ਹੈ ਉਹ ਨਾ ਅੰਕਿਤ ਕਰ ਦੇਵੇ। ਇਹ ਬਾ ਕਮਾਲ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸੋਚ ਸੀ, ਬਹੁਤ ਵੱਡੀ, ਜਿਹਦੇ ਕਾਰਨ ਅੱਜ ਤੱਕ ਵੀ ਵਿਪਰ ਜਿਹੜਾ ਹੈ ਭਾਵੇਂ ਕਿ ਉਹਨੇ ਬਾਕੀ ਧਰਮਾਂ ਦੇ ਗ੍ਰੰਥਾਂ ਦੇ ਵਿੱਚ ਉਹਨੇ ਰਲਾ ਪਾ ਦਿੱਤਾ ਪਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਨਹੀਂ ਪਾ ਸਕਿਆ। ਇਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਰੇ ਰਾਗਾਂ ਦੇ ਵਿੱਚ, ਉਸ ਵੇਲੇ 30 ਰਾਗ ਸਨ, ਬਾਅਦ ਵਿੱਚ ਜੈ ਜੈਵੰਤੀ ਰਾਗ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਅਦ ਵਿੱਚ ਅੰਕਿਤ ਕੀਤਾ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ। ਇਸ ਤਰ੍ਹਾਂ ਉਸ ਵਕਤ 5 ਗੁਰੂ ਸਾਹਿਬਾਨ, 15 ਭਗਤ, 11 ਭੱਟ ਤੇ ਨਾਲ 3 ਗੁਰਸਿੱਖਾਂ ਦੀ ਪਾਵਨ ਬਾਣੀ ਜਿਹੜੀ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਹੈ। ਦਰਜ ਕਰਨ ਤੋਂ ਬਾਅਦ ਫਿਰ ਸਤਿਗੁਰੂ ਮਹਾਰਾਜ ਜੀ ਨੇ ਇਹ ਸਾਰਾ ਕੁਝ ਜਦੋਂ ਤਿਆਰ ਹੋ ਗਿਆ, ਔਰ ਇੱਥੇ ਇੱਕ ਨੁਕਤਾ ਹੋਰ ਆਪ ਜੀ ਦੇ ਨਾਲ ਸਾਂਝ ਪਾ ਦੇਵਾਂ ਕਿ ਸਤਿਗੁਰੂ ਮਹਾਰਾਜ ਜਦੋਂ ਲਿਖਾਉਂਦੇ ਸਨ ਪਾਵਨ ਬਾਣੀ ਤੇ ਉਸ ਵਕਤ ਜਿਹੜੇ ਕਾਗਜ਼ ਸੀ, ਕਿਉਂਕਿ ਕਾਗਜ਼ 704 ਦੇ ਵਿੱਚ ਸਮਰਕੰਦ ਦੇ ਵਿੱਚ ਬਣਨਾ ਆਰੰਭ ਹੋਇਆ ਸੀਗਾ। ਫਿਰ ਇਹ ਚੀਨ ਦੇ ਵਿੱਚ ਸਮਰਕੰਦ ਹੈ ਉੱਥੇ ਬਣਨਾ ਸ਼ੁਰੂ ਹੋਇਆ ਸੀਗਾ। ਉਸ ਤੋਂ ਬਾਅਦ ਫਿਰ ਇਹ ਮੁਗਲਾਂ ਦੇ ਕੋਲ ਚਲਾ ਗਿਆ ਤੇ ਜਦੋਂ ਮੁਗਲ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਆਏ ਤੇ ਉਹਨਾਂ ਨੇ ਵੀ ਜਿਹੜਾ ਸੀਗਾ ਉਹ ਇਹ ਕਾਗਜ਼ ਜਿਹੜਾ ਸੀ ਉਹ ਹਿੰਦੁਸਤਾਨ ਦੇ ਅੰਦਰ ਲੈ ਆਂਦਾ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਈ ਹੈ ਉਸ ਵਕਤ 2 ਜਗ੍ਹਾ ਦੇ ਉੱਤੇ ਕਾਗਜ਼ ਬਣਦਾ ਸੀ, ਇੱਕ ਕਸ਼ਮੀਰ ਤੇ ਦੂਜਾ ਸਹਾਰਨਪੁਰ। ਔਰ ਯਾਦ ਰੱਖਿਓ ਕਸ਼ਮੀਰ ਦਾ ਜਿਹੜਾ ਕਾਗਜ਼ ਸੀ ਉਹ ਬਹੁਤ ਹੀ ਵਧੀਆ ਕਾਗਜ਼ ਸੀਗਾ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਕਸ਼ਮੀਰ ਦਾ ਜਿਹੜਾ ਕਾਗਜ਼ ਸੀਗਾ ਉਹ ਕਾਗਜ਼ ਫਿਰ ਸਤਿਗੁਰੂ ਮਹਾਰਾਜ ਨੇ ਮੁਕਾਇਆ ਤੇ ਉਸ ਦੇ ਨਾਲ ਫਿਰ ਇਹ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। 25 ਕਾਗਜ਼ਾਂ ਸਫ਼ਿਆਂ ਦੇ ਕਹਿ ਲਓ, ਪੰਨੇ ਕਹਿ ਲਓ, ਅੰਗ ਕਹਿ ਲਓ, ਉਹਨਾਂ ਦੀ ਦੱਥੀ ਬਣਾਈ ਗਈ ਤੇ ਉਹ ਜਿਹੜਾ ਸੀਗਾ ਉਹ ਬਾਣੀ ਆਰੰਭ ਕਰ ਦਿੱਤੀ ਲਿਖੜੀ। ਕਿਉਂਕਿ ਇਸ ਕਰਕੇ 25 ਦੀਆਂ ਦੱਥੀਆਂ ਬਣਾਈਆਂ ਗਈਆਂ ਵੀ ਜੇ ਕਿਤੇ ਬਾਈ ਚਾਂਸ ਸਿਆਹੀ ਡੁੱਲ ਜਾਏ ਤੇ ਸਾਰੇ ਅੰਗ ਜਿਹੜੇ ਨੇ ਉਹ ਪੰਨੇ ਜਿਹੜੇ ਨੇ ਉਹ ਸਿਆਹੀ ਦੇ ਨਾਲ ਖਰਾਬ ਨਾ ਹੋ ਜਾਵਣ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਉਹ 25 ਦੀਆਂ ਥੱਦੀਆਂ ਬਣਾ ਦਿੱਤੀਆਂ ਤੇ ਜੇ ਕਿਤੇ ਰਾਗ ਖਤਮ ਹੋਣ ਤੇ ਇੱਕ ਅੱਧਾ ਪੰਨਾ ਰਹਿ ਜਾਂਦਾ ਸੀ ਤੇ ਉਸ ਨੂੰ ਉਵੇਂ ਛੱਡ ਦਿੱਤਾ ਜਾਂਦਾ ਸੀ। ਇਸੇ ਕਰਕੇ ਜਿਹੜੀਆਂ ਪੁਰਾਤਨ ਬੀੜਾਂ ਨੇ ਉਹਨਾਂ ਦੇ ਵਿੱਚ ਕੁਝ ਪੰਨੇ ਛੱਡੇ ਹੋਏ ਨੇ, ਪਰ ਕੁਝ ਲੋਕਾਂ ਨੇ ਇਹ ਗੱਲ ਪ੍ਰਚਲਿਤ ਕਰ ਦਿੱਤੀ ਵੀ ਇਹ
ਸਤਿਗੁਰੂ ਨੇ ਤਾਂ ਛੱਡੇ ਸਨ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਦਰਜ ਕਰਵਾਉਣੀ ਹੈ, ਪਰ ਇਹ ਗੱਲ ਬਿਲਕੁਲ ਨਹੀਂ ਸੀਗੀ। ਇਹ ਤਾਂ ਛੱਡੇ ਸਨ ਕਿ ਉਹ ਵੱਧ ਜਾਂਦੇ ਸਨ, ਰਾਗ ਨਵਾਂ ਆਰੰਭ ਹੋ ਜਾਂਦਾ ਸੀ ਅਤੇ ਫਿਰ ਨਵੀਂ ਥੱਦੀ ਜਿਹੜੀ ਸੀ ਉਹ ਲਾ ਲਈ ਜਾਂਦੀ ਸੀਗੀ। ਸੋ ਮੈਂ ਅੱਗੇ ਚੱਲਾਂ ਇਸ ਗੱਲ ਨੂੰ ਲੈ ਕਰਕੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਸਾਰਾ ਕਾਰਜ ਜਿਹੜਾ ਸੀਗਾ ਉਹ ਅਗਸਤ 1604 ਦੇ ਵਿੱਚ ਸੰਪੂਰਨ ਕਰ ਲਿਆ। 4 ਦੇ ਵਿੱਚ ਜਦੋਂ ਸੰਪੂਰਨ ਹੋਇਆ ਅਤੇ ਸਤਿਗੁਰੂ ਮਹਾਰਾਜ ਨੇ ਫਿਰ ਇਸ ਤੋਂ ਬਾਅਦ ਇਹਦਾ ਤਤਕਰਾ ਲਿਖਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਤਤਕਰੇ ਨੇ, ਇੱਕ ਰਾਗਾਂ ਦਾ ਤਤਕਰਾ ਹੈ ਅਤੇ ਇੱਕ ਸ਼ਬਦਾਂ ਦਾ ਤਤਕਰਾ ਹੈ। ਹੁਣ ਸਤਿਗੁਰੂ ਮਹਾਰਾਜ ਨੇ ਇਹ ਵੀ ਤਤਕਰਾ ਜਿਹੜੇ ਸੀ ਉਹ ਬਣਵਾਇਆ, ਔਰ ਉਸ ਤਤਕਰੇ ਦੇ ਵਿੱਚ 52 ਅੰਗ ਜਿਹੜੇ ਸਨ ਉਹ ਸਨ ਤਤਕਰੇ ਦੇ ਬਣੇ। ਅਤੇ ਜਿਹੜੇ ਉਸ ਵਕਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਾਵਨ ਬੀੜ ਲਿਖਾਈ ਸੀ, ਉਹਦੇ ਜਿਹੜੇ ਕੁੱਲ ਪੰਨੇ ਸਨ, ਕੁੱਲ ਅੰਗ ਜਿਹੜੇ ਸਨ ਉਹ 974 ਸਨ। 974 ਸਨ ਉਸ ਵਕਤ। ਇਹ ਪਾਵਨ ਅੰਗ ਜਿਹੜੇ ਨੇ ਉਹ ਸਮੇਂ-ਸਮੇਂ ਦੇ ਵਿੱਚ ਬਦਲਦੇ ਰਹੇ ਨੇ, ਪਰ ਇੱਕ ਗੱਲ ਜ਼ਰੂਰ ਯਾਦ ਰੱਖਿਓ, ਮਨ ਵਿੱਚ ਵਸਾ ਲਿਓ, ਬਾਣੀ ਦੇ ਵਿੱਚ ਕੋਈ ਵੱਧ ਘੱਟ ਨਹੀਂ ਹੋਇਆ। ਪੰਨੇ ਵਧਣ ਘਟਣ ਦਾ ਪਾਵਨ ਬੀੜਾਂ ਦਾ, ਸਰੂਪਾਂ ਦਾ ਇਸ ਕਰਕੇ ਸੀ ਵੀ ਕਈ ਵਾਰ ਲਿਖਾਰੀ ਜਿਹੜਾ ਸੀ, ਕਿਉਂਕਿ ਹੱਥ ਦੇ ਨਾਲ ਲਿਖਿਆ ਜਾਂਦਾ ਸੀ, ਕਈ ਲਿਖਾਰੀ ਥੋੜ੍ਹਾ ਮੋਟਾ ਲਿਖਦੇ ਸਨ ਅਤੇ ਉਹ ਪੰਨੇ ਜ਼ਿਆਦਾ ਬਣ ਜਾਂਦੇ ਸਨ। ਕਈ ਲਿਖਾਰੀ ਥੋੜ੍ਹਾ ਬਰੀਕ ਅੱਖਰਾਂ ਦੇ ਨਾਲ ਲਿਖਦੇ ਸਨ ਅਤੇ ਪੰਨੇ ਜਿਹੜੇ ਸਨ ਉਹ ਘੱਟ ਜਾਇਆ ਕਰਦੇ ਸਨ, ਅੰਗ ਜਿਹੜੇ ਸਨ ਉਹ ਘੱਟ ਜਾਇਆ ਕਰਦੇ ਸਨ। ਇਸ ਕਰਕੇ ਫਿਰ ਸਤਿਗੁਰੂ ਦੇ ਉਹ ਸਰੂਪਾਂ ਦਾ ਜਿਹੜੇ ਅੰਗ ਨੇ ਉਹ ਘੱਟ ਵੱਧਦੇ ਰਹੇ ਨੇ। ਸਟੈਂਡਰਡ ਰੂਪ ਦੇ ਵਿੱਚ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ ਉਹ ਸ਼੍ਰੋਮਣੀ ਕਮੇਟੀ ਨੇ ਜਦੋਂ ਸਭ ਤੋਂ ਪਹਿਲਾਂ ਛਾਪੇ ਵਾਲੇ ਖਾਨੇ ਵਿੱਚ ਸਰੂਪ ਤਿਆਰ ਕੀਤਾ 1952 ਦੇ ਅੰਦਰ, ਉਸ ਵਕਤ ਇਹਦੇ 1430 ਅੰਗ ਜਿਹੜੇ ਸਨ ਉਹ ਬਣੇ ਸਨ ਅਤੇ ਇਹੀ ਸਰੂਪ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰੇਕ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਉਹ ਪ੍ਰਕਾਸ਼ ਜਿਹੜਾ ਹੈ ਉਹ ਹੁੰਦਾ ਹੈ। ਸੋ ਗੱਲ ਮੈਂ ਅੱਗੇ ਤੋਰਾਂ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਜਿਹੜਾ ਸੀਗਾ ਉਹ ਇਹ ਸਾਰਾ ਸਰੂਪ ਤਿਆਰ ਕੀਤਾ ਅਤੇ ਜਿਲਤ ਬੰਨੀ ਗਈ, ਤਤਕਰਾ ਲਿਖਿਆ ਗਿਆ ਅਤੇ ਪਰਤ ਕੇ ਸਤੰਬਰ 1 1664 ਰਾਮਸਰ ਦੇ ਕੰਢੇ ਬਾਬਾ ਬੁੱਢਾ ਜੀ ਨੂੰ ਸੱਦਿਆ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਅੰਦਰ ਤਾਬਿਆਂ ਦੇ ਵਿੱਚ ਬਿਠਾਉਣ ਵਾਸਤੇ ਅਤੇ ਸਤਿਗੁਰੂ ਮਹਾਰਾਜ ਨੇ ਫੈਸਲਾ ਕੀਤਾ ਹੋਇਆ ਸੀ। ਬਾਬਾ ਬੁੱਢਾ ਜੀ ਨੂੰ ਜੋ ਸੱਦਿਆ ਗਿਆ ਅਤੇ ਸੱਦ ਕਰਕੇ ਅਤੇ ਬਾਬਾ ਬੁੱਢਾ ਜੀ ਨੂੰ ਆਖਿਆ ਗਿਆ ਵੀ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸਰੂਪ ਹੈ ਨਾ, ਉਹ ਸਰੂਪ ਤੁਸੀਂ ਆਪਣੇ ਸੀਸ ਦੇ ਉੱਪਰ ਲਵੋ। ਬਾਬਾ ਬੁੱਢਾ ਜੀ ਨੇ ਹੁਕਮ ਮੰਨਿਆ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਸੀਸ ਦੇ ਉੱਪਰ ਲੈ ਲਿਆ ਅਤੇ ਖਲੋ ਗਏ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਜੀ ਤੁਸੀਂ ਤੁਰਦੇ ਕਿਉਂ ਨਹੀਂ? ਤੁਰੋ, ਕਿਉਂਕਿ ਸਰੂਪ ਜਿਹੜਾ ਸੀ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲਿਆਉਣਾ ਸੀ ਰਾਮਸਰ ਦੇ ਕੰਢੇ ਤੋਂ। ਅਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਸਤਿਗੁਰੂ ਮੈਂ ਕਿਵੇਂ ਤੁਰਾਂ? ਸਿੱਖ ਅਤੇ ਗੁਰੂ ਦੀ ਹਜ਼ੂਰੀ ਦੇ ਵਿੱਚ, ਭਾਵ ਗੁਰੂ ਦੇ ਪਿੱਛੇ ਪਿੱਛੇ ਤੁਰਦਾ ਹੈ, ਗੁਰੂ ਅੱਗੇ ਅੱਗੇ ਤੁਰਦਾ ਹੈ, ਸਿੱਖ ਉਹਦੇ ਪਿੱਛੇ ਪਿੱਛੇ ਅਗਵਾਈ ਲੈਂਦਾ ਹੋਇਆ ਗੁਰੂ ਤੋਂ ਉਹਨਾਂ ਦੇ ਪਿੱਛੇ ਪਿੱਛੇ ਤੁਰਦਾ ਹੈ। ਹੁਣ ਤੁਸੀਂ ਪਿੱਛੇ ਹੋ ਅਤੇ ਮੈਂ ਕਿਵੇਂ ਅੱਗੇ ਅੱਗੇ ਚੱਲਾਂ? ਸਤਿਗੁਰੂ ਮਹਾਰਾਜ ਕਹਿਣ ਲੱਗੇ, ਸੱਚ ਕਹਿੰਦੇ ਹੋ ਬਾਬਾ ਬੁੱਢਾ ਜੀ, ਤੁਸੀਂ ਸੱਚ ਕਹਿੰਦੇ ਹੋ, ਪਰ ਇੱਕ ਗੱਲ ਯਾਦ ਰੱਖਿਓ ਬਾਬਾ ਬੁੱਢਾ ਜੀ, ਗੁਰੂ ਅੱਗੇ ਅੱਗੇ ਹੀ ਜਾਵੇਗਾ ਅਤੇ ਸਿੱਖ ਪਿੱਛੇ ਪਿੱਛੇ ਹੀ ਤੁਰੇਗਾ, ਅਤੇ ਜਿਹੜਾ ਤੁਸੀਂ ਸੀਸ ਦੇ ਉੱਤੇ ਸਰੂਪ ਲਿਆ ਗੁਰੂ ਗ੍ਰੰਥ ਸਾਹਿਬ ਦਾ, ਇਹ ਮੇਰਾ ਵੀ ਗੁਰੂ ਹੈ ਅਤੇ ਮੈਂ ਵੀ ਅੱਜ ਸਿੱਖ ਬਣ ਕੇ ਇਹਦੇ ਪਿੱਛੇ ਪਿੱਛੇ ਤੁਰਾਂਗਾ। ਇਸ ਕਰਕੇ ਤੁਸੀਂ ਨਿਰਸੰਕੋਚ ਹੋ ਕੇ ਤੁਰ ਪਵੋ, ਮੈਂ ਵੀ ਇਹਦੇ ਪਿੱਛੇ ਪਿੱਛੇ ਇੱਕ ਸਿੱਖ ਦੇ ਰੂਪ ਦੇ ਵਿੱਚ ਆਵਾਂਗਾ। ਸਤਿਗੁਰੂ ਮਹਾਰਾਜ ਚੌਰ ਕਰਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਅਤੇ ਇਵੇਂ ਤੁਰਦਿਆਂ ਤੁਰਦਿਆਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ। ਇੱਕ ਗੱਲ ਯਾਦ ਰੱਖਿਓ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕਿਸੇ ਗੁਰੂ ਨੇ ਆਪਣਾ ਆਸਣ ਨਹੀਂ ਲਾਇਆ।
ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇੱਥੇ ਪ੍ਰਕਾਸ਼ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਉਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਿੱਖ ਸੰਗਤਾਂ ਆਈਆਂ ਨੇ। ਗੁਰੂ ਗ੍ਰੰਥ ਸਾਹਿਬ ਨੂੰ ਲਿਜਾ ਕਰਕੇ ਪਾਲਕੀ ਦੇ ਉੱਤੇ ਸੁਸ਼ੋਭਿਤ ਕੀਤੇ ਨੇ ਤੇ ਸਤਿਗੁਰੂ ਮਹਾਰਾਜ ਜੀ ਨੂੰ ਨੇ ਜਿਹੜਾ ਹੈ ਉਹ ਹੁਕਮ ਕੀਤਾ ਬਾਬਾ ਬੁੱਢਾ ਜੀ ਨੂੰ, ਇਹ ਗੱਲ ਕਹੀ, ਬਾਬਾ ਬੁੱਢਾ ਸਾਹਿਬ ਖੋਲੋ ਗ੍ਰੰਥ, ਦੇਹ ਆਵਾਜ਼ ਸੁਣੇ ਸਭ ਪੰਥ, ਅਦਬ ਸੰਗ ਗ੍ਰੰਥ ਜਬ ਖੋਲਾ, ਦੇਹ ਆਵਾਜ਼ ਬੁੱਢਾ ਮੁਖ ਬੋਲਾ, ਸੂਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਪਾਵਨ ਹੁਕਮਨਾਮਾ ਸਾਹਿਬ ਸਤਿਗੁਰੂ ਮਹਾਰਾਜ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਬਾਬਾ ਬੁੱਢਾ ਜੀ ਨੇ ਸਭ ਤੋਂ ਪਹਿਲਾਂ ਜਿਹੜਾ ਸੀ ਉਹ ਸਰਵਣ ਕਰਵਾਇਆ। ਇਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਹੜਾ ਸੀਗਾ ਉਹ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਸੀ ਉਹ ਅੱਜ ਦੇ ਦਿਨ ਭਾਵ 1 ਸਤੰਬਰ ਸਨ 1664 ਨੂੰ ਜਿਹੜਾ ਸੀ ਉਹ ਕੀਤਾ।